ਤੁਸੀਂ ਗੱਲ ਦੱਸ ਰਹੇ ਹੋ ਥਣਾ ਦੇ ਹਵਾਲੇ ਨਾਲ। ਮੈਂ ਕਿਹਾ ਜੀ ਥਣ ਜਿਹੜੇ ਨਾ ਫੈਸਲੇ ਤੋਂ ਹੋਣੇ ਜੀ ਚਾਰੇ ਲੈਦਾ ਲੈ ਠੀਕ ਹੈ, ਜੁੜੇ ਨਾ ਹੋਣ। ਸਹੀ ਹੋ ਗਿਆ। ਤੇ ਥਣ ਜਿਹੜੇ ਨਾ ਗੁੱਲ ਜਿਹੜੇ ਨਾ ਬਹੁਤੇ ਲੰਮੇ ਥਣ ਨਹੀਂ ਹੋਣੇ ਚਾਹੀਦੇ। ਸਹੀ ਹੈ, ਪੂਰੇ ਥਣ ਮੁੱਠ ਜਿਹੇ ਮੁੱਠ ਜਿੰਨਾ ਸਾਈਜ਼ ਹੋਣਾ ਚਾਹੀਦਾ। ਠੀਕ ਤੇ ਹੋ ਗਿਆ। ਧਾਰ ਪੋਲੀ ਹੋਵੇ, ਕੀੜੀ ਧਾਰ ਨਾ ਹੋਵੇ, ਸਖਤ ਨਾ ਹੋਵੇ, ਜਿਹੜੀ ਸਖਤ ਨੂੰ ਚਿੜੀ ਜਾਂਦੇ ਨੇ। ਡੋਕਲ ਨਾ ਮੱਝ ਹੋਏ। ਸਹੀ है, यानी पसमा एक पाए। बिल्कुल हाँ, बार बार ना पसमे हो। सही है। और अड्डी एक को है। और अस्सलाम वालेकुम। वालेकुम सलाम। चाचा जी की हाल चाल है? बस ठीक ठाक, तुम सुनाओ की हाल है? खैरियत है? करम अल्लाह दा। चाचा नाज़रीन नूं अपना तारफ करवा दिया जे। मैं चौधरी मोहम्मद नज़ीर मलेचा नवें तो रहना रिहायशी हाँ ठीक है। और अरसा 30-40 साल तो मैं कारोबार कर रहा, लेकिन अल्लाह के फजल दे नाल मेरा डेरा भी ठीक है और मेरी अपनी ज़मीन है। ठीक है। बाहर खेतीबाड़ी भी अपनी, मोटर भी अपनी लगी है, ठीक है। जितों मैनू इसका बेनीफिट है क्योंकि चारा वगैरह मेरा तूड़ी घर दी हो जाती है। ठीक है। हाँ जी, ठीक है। मैनू मुल नहीं लैनी पैंदी। ठीक तो दूसरी वजह है कि इन्ना तजर्बा हो गया कि मैनू डॉक्टर भी बार बार नहीं बुलाना पैंदा। ठीक है। बहुत बड़ा कोई मसला बन जाए नहीं तो मैं आप ही इलाज मालजा इंशाल्लाह कर लेना। ठीक है। मैनू लामतां दा भी पता, दवाई का भी पता, टीके लाने का भी पता। ठीक हो गया। वो फिर ज्यों ज्यों बंदा इस फील्ड च पैंदा उसका तजर्बा हो जाता। ठीक है। हाँ जी, ठीक है। वो अलहमदुलिल्लाह शुक्र है अल्लाह की ज़ात दा कि बई वक्त पास होंदा कि ਇਹਦਾ ਮੁਨਾਫਾ ਹੈ, ਕੋਈ ਨੁਕਸਾਨ ਵਾਲਾ ਕੰਮ ਨਹੀਂ। ਚਾਚਾ ਜੀ ਆਪਣੀ ਤਾਲੀਮ ਵੀ ਦੱਸਿਓ ਔਰ ਕਿਹੜੇ ਮੁਲਕ ਚ ਰਹਿ ਕੇ ਆਏ ਉਹ ਵੀ ਦੱਸਿਓ। ਮੈਂ ਮੈਟ੍ਰਿਕ ਤਾਲੀਮ ਜੇ ਮੇਰੀ ਤੇ ਮੈਂ ਪਿਛਾਂ ਮਤਲਬ ਚੇਅਰਮੈਨ ਰਿਹਾ ਵਾਂ। ਵਾਲਾ ਸਾਹਿਬ ਮੇਰੇ ਚੇਅਰਮੈਨ ਰਹੇ, ਨਾ ਕੋਈ ਭਤੀਜਾ ਜਿਹੜਾ ਆਦਲ ਨਵਾਜ਼ ਵਾਈਸ ਚੇਅਰਮੈਨ ਸੀ। ਹਾਂਜੀ, ਤੇ ਮੈਂ ਲਿਬੀਆ ਚ ਰਿਹਾ। ਪਹਿਲੇ ਮੈਂ ਆਰਮੀ ਚ ਸਾਂ, ਰੇਂਜਰ ਚ ਰਿਹਾ, ਫਿਰ ਮੈਂ ਬਾਹਰ ਰਿਹਾ ਐਜ਼ ਏ ਮੈਂ ਮਕੈਨਿਕ ਕੰਮ ਬੜਾ ਬਿਹਤਰੀਨ ਅੱਛਾ। ਹਾਂਜੀ, ਕਿਸ ਚੀਜ਼ ਦੇ ਗੱਡੀਆਂ ਗੱਡੀਆਂ ਦੇ। ਠੀਕ ਹੋ ਗਿਆ। ਹਾਂਜੀ, ਔਰ ਇਹ ਡੰਗਰਾਂ ਦੇ ਪਾਸੇ ਤੁਸੀਂ ਕਿਸ ਤਰ੍ਹਾਂ ਆਏ? ਇਹ ਮੈਂ ਸ਼ੁਰੂ ਤੋਂ ਲੱਗ ਕੇ ਸਾਡਾ ਮਾਦਰੀ ਕੰਮ ਸੀ, ਜ਼ਿਮੀਂਦਾਰ ਸੀ ਵਾਲਾ ਸਾਹਿਬ, ਤੇ ਮੈਂ 65 ਤੋਂ ਧਾਰਾ ਕੱਢਦਾ। ਡੰਗਰਾਂ ਦਾ ਮੈਨੂੰ ਸ਼ੁਰੂ ਤੋਂ ਲੱਗ ਕੇ ਸ਼ੌਕ ਸੀ। ਹਾਂਜੀ, जिंदाबाद। चाचा 1600 ਰੁਪਏ ਦਾ ਤਕਰੀਬਨ ਘੜਾ ਜਿਹੜਾ ठीक है। बोरी। ਬੋਰੀ ਜਿਹੜੀ ਹੈ, ठीक है। ਉਹ ਤਕਰੀਬਨ ਕੈਲਕੂਲੇਸ਼ਨ ਕਰੋ ਤਾਂ 40 ਰੁਪਏ ਪੈ ਜਾਂਦੀ ਹੈ ठीक है। ਕਿਲੋ। ठीक है ਅੱਗੋਂ ਜਿਹੜੀ ਖਲ ਦਾ ਤੋੜਾ जी। ਉਹ 2100 ਰੁਪਏ ਦਾ, ਉਹ ਤਕਰੀਬਨ ਕਿਲੋ ਦੀ ਕੈਲਕੂਲੇਸ਼ਨ ਤੋਂ ਕੀਤੀ 54 ਰੁਪਏ ਪਈ ਸੀ। हाँ जी। ਉਹ ਵਿੱਚ ਜਮ੍ਹਾਂ ਕਰ ਲਓ। ठीक है। ਉਸ ਤੋਂ ਬਾਅਦ 40 जमा 54 94 हो गए। ਹਾਂਜੀ, ठीक है। ਤੁਸੀਂ ਉਸ ਤੋਂ ਬਾਅਦ ਖਾਲਸ ਜਿਹੜੀ ਹੈ ਨਾ ਕੋਲੂ ਦੀ, ठीक है। ਉਹ ਕੀਤੀ ਸੀ ਆਪਣਾ 70 ਰੁਪਏ ਕਿਲੋ। ठीक है। ਉਹ ਵਿੱਚ ਕੈਲਕੂਲੇਸ਼ਨ ਕਰ। 94 जमा 70 हो गए 164। ਹਾਂਜੀ, ਉਸ ਤੋਂ ਬਾਅਦ ਰੋਟੀਆਂ ਨੇ 1 ਕਿਲੋ ਰੋਟੀਆਂ ਨੇ 30 ਰੁਪਏ ਦੀਆਂ ਉਹ। 170 ਤੇ हाँ जी। 164 ਤੇ 3 194। ਹਾਂਜੀ ਹਾਂਜੀ, ठीक है। ਤੂੜੀ ਲਾਈ ਸਾਜੇ 200 ਰੁਪਏ ਦੀ। ठीक है। ਠੀਕ ਹੋ ਗਿਆ। 200 की पूरी 194 तूड़ी दी। 200 ਤੇ हो गए 400 ਦਾ ਤੁਸੀਂ ਲਾਏ ਸੀ ਸਬਜ਼ ਪੱਠੇ। ठीक है। 394 जमा 400 ਹਾਂਜੀ 794। ਹਾਂਜੀ, ਤੇ 100 ਰੁਪਇਆ ਜਿਹੜਾ ਉਹ लेबर ਜਿਹੜਾ ਲੇਬਰ ਦਾ ਵਰਕ ਦਾ 894 900 रुपये खर्च हो गया। ਆ 900 ਤਕਰੀਬਨ ਆ ਜਾਂਦਾ। एक जानवर ते रोजाना का 900 रुपये 900 ਆ ਜਾਂਦਾ। ਤੇ ਉਹ ਜਾਨਵਰ ਦਿੰਦਾ ਕੀ ਹੈ? ਉਹ ਜਿਹੜਾ ਹੈ ਨਾ ਉਹ 15 16 ਕੋ 18 ਇੱਥੇ ਉਸੇ ਰਹਿੰਦੀ ਹੈ। ਕਿਸੇ ਵੇਲੇ ਵੱਧ ਜਾਂਦਾ, ਕਿਸੇ ਵੇਲੇ ਘੱਟ ਵੀ ਸਕਦਾ। ਠੀਕ ਹੈ। ਹਾਂਜੀ, ਤੇ ਉਹਨੂੰ ਟਾਈਮ ਸਿਰ ਜਿਹੜਾ ਮਸਾਲਾ ਵਗੈਰਾ ਦੇਣਾ ਪੈਂਦਾ ਹੈ। ਠੀਕ ਹੈ। ਮਿਰਚਾਂ ਸਬਜ਼, ਪਿਆਜ਼, ਠੀਕ ਹੈ। ਅਦਰਕ ਵਗੈਰਾ, ਨਮਕ। ਠੀਕ ਹੈ। ਹਾਂਜੀ, ਪਾਣੀ ਜਿਹੜਾ ਉਹ 3 ਦਫਾ ਉਹਨੂੰ ਡਾਣਾ ਚਾਹੀਦਾ ਜਾਨਵਰ ਨੂੰ। ਜਾਨਵਰ ਨੂੰ। ਠੀਕ ਹੈ। ਅਗਰ ਪਾਣੀ ਨਹੀਂ ਡਾਓਗੇ ਤਾਂ ਦੁੱਧ ਘਟ ਜਾਏਗਾ। ਠੀਕ ਹੈ। ਪਾਣੀ ਪੀਏਗਾ ਦੁੱਧ ਬਣਾਏਗਾ। ਪਾਣੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਸਾਫ਼ ਚਰਾਈ ਬਣੀ ਹੋਏ ਔਰ ਸਾਫ਼ ਹੋਣਾ ਚਾਹੀਦਾ ਪਾਣੀ। ਠੀਕ ਹੈ। ਤੇ ਨਹਾਉਣਾ ਵੀ ਚਾਹੀਦਾ ਡੰਗਰ ਨੂੰ ਕਿੰਨੀ ਦਫਾ ਰੋਜ਼ਾਨਾ? ਰੋਜ਼ਾਨਾ ਗਰਮੀਆਂ ਦੇ ਵਿੱਚ 3 ਦਫਾ ਨਹਾਲਨੇ ਆ ਅਸੀਂ, ਠੀਕ ਤੇ ਸਿਆਲ ਦੇ ਵਿੱਚ 1 ਦਫਾ ਦੁਪਹਿਰ ਨੂੰ ਨਹਾਲ ਲਈਦਾ। ਠੀਕ ਹੈ। ਦੂਜੇ ਦਿਨ ਹੀ ਨਹਾਲ ਲਈਦਾ, ਸਰਦੀ ਹੁੰਦੀ ਹੈ। ਠੀਕ ਹੋ ਗਿਆ। ਹਾਂਜੀ, ਚਾਚਾ ਕਿਸ ਕਿਸਮ ਦੇ ਲੋਕ ਇਹ ਕਾਰੋਬਾਰ ਕਰ ਸਕਦੇ ਨੇ ਔਰ ਇਸ ਕਾਰੋਬਾਰ ਦੇ ਮਸਾਇਲ ਕੀ ਨੇ? ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸ ਰਹੇ ਹੋ ਕਿ ਇਹਦੇ 'ਚ ਲੇਬਰ ਦਾ ਬੜਾ ਮਸਲਾ ਹੈ। ਇਹਦੇ ਜਿਵੇਂ ਆਪ ਹੀ ਲੇਬਰ ਕਰਨਾ ਜਿਹੜੀ ਹੈ ਨਾ ਕੰਮ ਬਾਹਰ ਜਿਹੜੀ ਹੈ ਨਾ ਲੇਬਰ ਦਾ ਜ਼ਿਆਦਾ ਤਨਖਾਹ ਹੈ। ਹੂੰ। ਇਹਦੀ ਤਨਖਾਹ ਜਿਹੜੀ ਇਹਨੂੰ ਕੋਈ 15 ਦਿੰਦਾ, ਕੋਈ 14 ਦਿੰਦਾ, ਕੋਈ 16 ਦਿੰਦਾ ਠੀਕ ਹੈ। ਮਹੀਨੇ ਦੀ। ਠੀਕ ਹੈ। ਤੇ ਉਹ ਬੰਦੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਕੰਮ ਕਰਨਾ ਹੁੰਦਾ ਹੈ। ਹੂੰ। ਰਾਤ ਨੂੰ ਵੀ ਕੰਮ ਪੈ ਜਾਂਦਾ, ਕੋਈ ਡੰਗਰ ਖੋਲ ਜਾਂਦਾ, ਕੋਈ ਡੰਗਰ ਬਿਮਾਰ ਹੋ ਜਾਂਦਾ। ਠੀਕ ਹੈ। ਤੇ ਜਿਹੜੇ ਲੇਬਰ ਦਾ ਕੰਮ ਹੁੰਦਾ ਗਏ 8 ਵਜੇ ਜਾ ਕੇ 5 ਵਜੇ ਛੁੱਟੀ ਘਰ ਆਏ, ਠੀਕ ਹੈ। ਉਹ ਲੋਕ ਬਹੁਤੇ ਉਧਰ ਨੂੰ ਨੱਸ ਜਾਂਦੇ, ਇੱਧਰੋਂ ਫਿਰ ਘੱਟ ਕੰਮ ਕਰਦੇ ਨੇ। ਠੀਕ ਹੈ। ਤੇ ਜਿਹੜਾ ਬੰਦਾ ਆਪੇ ਨਹੀਂ ਕੰਮ ਕਰਦਾ ਉਹਦੇ ਵਾਸਤੇ ਫਿਰ ਬੰਦਾ ਟੁਰ ਜੇ ਤਾਂ ਮਸਲਾ ਬਣ ਜਾਂਦਾ। ਧਾਰਾਂ ਕਿਸ ਤਰ੍ਹਾਂ ਉਹਨੂੰ ਧਾਰ ਕਰਨੀ ਆਪੇ ਆਉਂਦੀ ਹੋਏ। ਹੂੰ। ਹਾਂਜੀ, ਠੀਕ ਹੈ। ਪੱਠੇ ਪਾਣੇ ਵੀ ਆਉਂਦੇ ਹਨ। ਜੇ ਕਿਸੇ ਵੇਲੇ ਬੰਦਾ ਜਾਏ ਤਾਂ ਆਪੇ ਵੀ ਆਦਮੀ ਉਹਨਾਂ ਡੰਗਰਾਂ ਨੂੰ ਸੰਭਾਲ ਸਕੇ, ਠੀਕ ਹੈ। ਪਾਣੀ ਡਾਹ ਸਕੇ, ਉਹਨਾਂ ਨੂੰ ਚਾਰਾ ਪਾ ਸਕੇ, ਠੀਕ ਹੈ। ਪੱਠੇ ਵੜ ਸਕੇ, ਲਿਆ ਸਕੇ। ਠੀਕ ਹੈ। ਹਾਂਜੀ, ਤੇ ਇਸ ਵਾਸਤੇ ਕਰਕੇ ਤੇ ਜਿਸ ਬੰਦੇ ਨੇ ਮਤਲਬ ਇਹ ਕੰਮ ਨਹੀਂ ਜਾਣਦਾ ਧਾਰ ਕੱਢਣ ਦਾ ਜਾਂ ਚਾਰਾ ਵੱਢਣ ਦਾ ਜਾਂ ਪਾਣ ਦਾ, ਹਾਂ। ਉਹਦੇ ਵਾਸਤੇ ਫਿਰ ਮਸਲਾ ਬਣ ਜਾਂਦਾ। ਡੰਗਰ ਫਿਰ ਕੀ ਕਰ ਡੰਗਰਾਂ ਦੇ ਖਾਣਾ। ਠੀਕ ਹੈ। ਹਾਂਜੀ,
ਇਹ ਜ਼ਰੂਰੀ ਹੈ ਬਈ ਉਸ ਬੰਦੇ ਨੂੰ ਜਾਣਨਾ ਕਿ ਬਈ ਧਾਰ ਕੱਢਦਾ ਹੋਏ ਤੇ ਆਪਣਾ ਪੱਠੇ ਵੱਢ ਲੈਂਦਾ ਹੋਏ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਐਸੇ ਦੋਸਤ ਇਸ ਕੰਮ ਨੂੰ ਹੱਥ ਪਾਉਣ ਜਿਹੜੇ ਇਸ ਕੰਮ ਨੂੰ ਸਮਝਦੇ ਨੇ, ਧਾਰ ਕੱਢ ਸਕਦੇ ਨੇ, ਪੱਠੇ ਪਾ ਸਕਦੇ ਨੇ, ਬਸੂਲਤ ਦੀ ਅਗਰ ਉਹ ਸਮਝਦੇ ਨੇ ਕਿ ਕੁਰਸੀ ਤੇ ਬਹਿ ਕੇ ਸਾਰਾ ਦਿਨ ਕੰਮ ਹੋ ਸਕਦਾ, ਉਹ ਨਹੀਂ ਚੱਲਦਾ। ਲੇਬਰ ਕਿਸੇ ਵੀ ਵਕਤ ਤੁਹਾਨੂੰ ਬੇਵਫਾਈ ਕਰ ਸਕਦੀ ਹਾਂਜੀ, ਹੈ। ਨਹੀਂ ਉਹ ਚੱਲਦਾ ਹੀ ਨਹੀਂ ਤੇ ਫਿਰ ਤੁਹਾਨੂੰ ਆਪੇ ਹੀ ਕਰਨਾ ਪਏਗਾ। ਆਪ ਹੀ ਕਰਨਾ। ਠੀਕ ਹੋ ਤਾਂ ਆਪ ਹੀ ਆਉਂਦਾ ਨਾ ਹੋਏ ਤੇ ਕੀ ਕਰਾਂਗੇ। ਠੀਕ ਹੈ, ਮੇਰਾ ਪਿੱਛਾ ਬੰਦਾ ਟੁਰ ਗਿਆ ਸੀ ਤੇ ਮੈਂ ਆਪ ਹੀ ਧਾਰਾਂ ਸਾਰੀਆਂ ਕਰ ਲੈਂਦਾ। ਠੀਕ ਹੈ। ਹਾਂਜੀ, ਅੱਛਾ ਚਾਚਾ, ਤੁਹਾਡਾ ਇਸ ਫੀਲਡ 'ਚ ਕਿੰਨੇ ਸਾਲਾਂ ਦਾ ਤਜਰਬਾ ਹੈ? 30-40 ਸਾਲ ਤੋਂ 30-40 ਸਾਲ। 30-40 ਸਾਲ ਦੇ ਤਜਰਬੇ ਦੀ ਬੁਨਿਆਦ ਤੇ ਕੀ ਕਹੋਗੇ ਕਿ ਅਗਰ ਕੋਈ ਬੰਦਾ ਇਹ ਕੰਮ ਖੁਦ ਕਰ ਸਕਦਾ ਹੈ, ਖੁਦ ਮਿਹਨਤ ਕਰ ਸਕਦਾ ਹੈ, ਕੰਮ ਨਫਾ ਬਖਸ਼ੇ ਜਾਂ ਨੁਕਸਾਨ ਦੇ? ਨਹੀਂ, ਉਹਨੂੰ ਫਾਇਦਾ, ਉਹਨੂੰ ਨੁਕਸਾਨ ਕੋਈ ਨਹੀਂ। ਕੋਈ ਬੰਦਾ ਕੰਮ ਖੁਦ ਕਰਨ ਵਾਲਾ ਕਿਸੇ ਫੀਲਡ ਵਿੱਚ ਵੀ, ਕੋਈ ਵੀ ਤਬਕਾ ਹੈ, ਖੁਦ ਜਿਹੜਾ ਕੰਮ ਜਾਣਦਾ ਤੇ ਕਰਦਾ, ਉਹਨੂੰ ਕੋਈ ਨੁਕਸਾਨ ਨਹੀਂ ਉਸ ਕੰਮ ਦੇ ਵਿੱਚ। ਠੀਕ ਹੈ। ਇੱਕ ਬੰਦਾ ਕਿਸੇ ਵੀ ਫੀਲਡ ਨੂੰ ਨਹੀਂ ਜਾਣਦਾ, ਉਹ ਬੰਦੇ ਰੱਖ ਕੇ ਇੱਕ ਵੈਲਡਿੰਗ ਦੀ ਦੁਕਾਨ ਪਾ ਲੇ, ਬੰਦੇ ਰੱਖ ਕੇ ਉਹ ਕਰੇਗਾ ਤੇ ਉਹ ਨਹੀਂ ਕਾਮਯਾਬ ਹੋ ਸਕਦਾ। ਜੋ ਆਪ ਹੀ ਜਾਣਦਾ ਹੋਏਗਾ ਗੇਟ ਬਣਾਉਣਾ ਜਾਂ ਵੈਲਡਿੰਗ ਕਰਨਾ ਜਾਂ ਮਕੈਨਿਕ ਦਾ ਕੰਮ, ਇੱਕ ਬੰਦਾ ਲਾਇਆ ਤੁਸੀਂ ਇੰਜਨ ਖੋਲ ਕੇ ਟੁਰ ਜਾਏਗਾ, ਠੀਕ ਹੈ, ਬਾਅਦ ਕਿਸ ਤਰ੍ਹਾਂ ਬਣੋਗੇ? ਇਹ ਹਾਲ ਹੈ। ਠੀਕ ਹੈ। ਇਸ ਵਾਸਤੇ ਕੋਈ ਵੀ ਕੰਮ ਜਿਹੜਾ ਉਹਨੂੰ ਜਾਣਨਾ ਬੜਾ ਜ਼ਰੂਰੀ ਹੈ। ਠੀਕ ਹੈ। ਚਾਚਾ, ਜਾਨਵਰਾਂ ਦੀ ਸਿਹਤ ਦੇ ਮਸਾਇਲ ਪੇਸ਼ ਆ ਜਾਂਦੇ ਨੇ, ਕਿਦੋਂ ਬੰਦੇ ਨੂੰ ਖੁਦ ਡੀਲ ਕਰਨਾ ਚਾਹੀਦਾ ਔਰ ਕਿਦੋਂ ਡਾਕਟਰ ਨੂੰ ਬੁਲਾਉਣਾ ਚਾਹੀਦਾ? ਦੇਖੋ, ਡੰਗਰ ਦਾ ਇਹਨੂੰ ਵੇਖਣਾ ਪੈਂਦਾ ਸਵੇਰ ਸ਼ਾਮ ਕਿ ਡੰਗਰ ਉਗਾਲੀ ਨਹੀਂ ਕਰ ਰਿਹਾ, ਡੰਗਰ ਨੂੰ ਬੁਖਾਰ ਤਾਂ ਨਹੀਂ। ਜਦੋਂ ਡੰਗਰ ਨੂੰ ਬੁਖਾਰ ਹੋਏ ਤਾਂ ਉਗਾਲੀ ਨਹੀਂ ਕਰੇਗਾ। ਠੀਕ ਹੈ। ਹਾਂਜੀ, ਉਹ ਰੁਕ ਜਾਏਗਾ। ਠੀਕ ਹੈ। ਰੁਕ ਜਾਏਗਾ, ਉਹਨੂੰ ਫੌਰੀ ਮਤਲਬ ਹੈ ਡਾਕਟਰ ਨਾਲ ਰਾਬਤਾ ਕਰੋ। ਠੀਕ ਹੈ। ਹਾਂਜੀ, ਕਿ ਡੰਗਰ ਨੂੰ ਬੁਖਾਰ ਹੈ ਤੇ ਇਹ ਗੱਲ, ਫਿਰ ਉਹ ਟੀਕਾ ਵਗੈਰਾ ਲਾਉਣਗੇ ਜਾਂ ਕੋਈ ਪਾਊਡਰ ਵਗੈਰਾ ਦੇਣਗੇ। ਠੀਕ ਹੈ। ਫਿਰ ਉਸ ਤੋਂ ਬਾਅਦ ਉਹ ਡੰਗਰ 10-15 ਮਿੰਟ ਬਾਅਦ ਅੱਧੇ ਘੰਟੇ ਉਗਾਲੀ ਪੁੱਟਾਏਗਾ। ਡੰਗਰ ਨੂੰ ਵੇਖਣਾ ਉਗਾਲੀ ਕਿਉਂ ਨਹੀਂ ਕਰਦਾ, ਇਹਦੇ ਨਾਸਾਂ 'ਚੋਂ ਸਾਹ ਔਖਾ ਲੈਂਦਾ ਜਾਂ ਰਾਲਾਂ ਡਿੱਗਦੀਆਂ ਨੇ ਜਾਂ ਕੀ ਵਜ੍ਹਾ ਹੈ। ਉਹ ਜਦੋਂ ਵੀ ਲਾਮਤ ਹੁੰਦੀ ਹੈ ਨਾ ਬਿਮਾਰੀ ਦੀ, ਉਹ ਜਿਹੜਾ ਬੰਦਾ ਵੇਖਣ ਵਾਲਾ ਉਹਨੂੰ ਪਤਾ ਲੱਗ ਜਾਂਦਾ ਅੱਜ ਮੇਰਾ ਡੰਗਰ ਜਿਹੜਾ ਠੀਕ ਨਹੀਂ, ਇਹਨੂੰ ਮੈਂ ਇਹ ਚੀਜ਼ ਦੇਣੀ ਹੈ। ਹਾਂਜੀ, ਉਹ ਫੌਰੀ ਰਾਬਤਾ ਕਰਨਾ ਪੈਂਦਾ ਡਾਕਟਰ ਨਾਲ, ਜ਼ਬਰਦਸਤ ਮਸ਼ਵਰਾ ਕਰਨਾ ਪੈਂਦਾ। ਠੀਕ ਹੋ ਗਿਆ। ਅੱਛਾ, ਇਸ ਤੋਂ ਇਲਾਵਾ ਦੱਸਿਓ ਕਿ ਹੋਰ ਮੱਝ ਦੀ ਕਿਹੜੀ ਚੀਜ਼ ਵੇਖਣੀ ਚਾਹੀਦੀ ਹੈ? ਇੱਕ ਤੁਹਾਨੂੰ ਦੱਸਿਆ ਕਿ ਧਾਰ ਵੇਖਣੀ ਚਾਹੀਦੀ ਹੈ ਔਰ ਪੂਰੀ ਚੌਕ ਵੇਖਣੀ ਚਾਹੀਦੀ ਹੈ। ਪੂਰੀ ਚੌਕ, ਯਾਨੀ ਦਾ ਇੱਥੇ ਲੱਗਣਾ ਹੋਵੇ, ਇੱਕੋ ਵਾਰੀ ਪਸਮਾ ਪਾਏ। ਸਹੀ ਹੋ ਗਿਆ। ਤੇ ਜਿਹੜੇ ਵਪਾਰੀ ਹੁੰਦੇ ਨੇ ਉਹ ਦੁੱਧ ਰੋਕ ਛੱਡਦੇ ਨੇ। ਹਾਂਜੀ, ਦੁੱਧ ਰੋਕ ਕੇ ਇੱਕ ਟਾਈਮ ਦਾ ਤੇ ਫੇਰ ਉਹ ਦਿੰਦੇ ਨੇ, ਉਹਦਾ ਕਿਸ ਤਰ੍ਹਾਂ ਪਤਾ ਕੀਤਾ ਜਾਏ? ਉਹਦਾ ਪਤਾ ਇਹ ਕੀਤਾ 3 ਟਾਈਮ ਧਾਰ ਕੱਢਣੀ ਚਾਹੀਦੀ ਹੈ। ਅੱਛਾ, ਤੁਸੀਂ ਹੁਣ ਜਾਓਗੇ ਨਾ ਸਹੀ ਤੇ 4 ਵਜੇ ਚੋਵੋਗੇ ਨਾ ਮੱਝ ਤੇ ਸਵੇਰ ਫੇਰ 4 ਵਜੇ ਚੋਵੋਗੇ। ਤੁਹਾਨੂੰ ਨਹੀਂ ਪਤਾ ਲੱਗੇ ਕਿਉਂ ਜਿਹੜੀ 4 ਵਜੇ ਚੋਈ ਉਹ ਦੁੱਧ ਜ਼ਿਆਦਾ ਹੋਏਗਾ, ਸਵੇਰ ਚੋਏਗਾ ਤਾਂ ਉਹ ਪੂਰਾ ਦੁੱਧ ਆਖਣ ਦੇ ਉਹ ਪਾ ਕੇ ਨਾ ਆਖਣ ਦੇ ਦੁੱਧ ਆਇਆ। ਸਹੀ ਹੈ। ਲੇਕਿਨ ਨਹੀਂ, ਜਦੋਂ ਸਵੇਰ ਫੇਰ ਚੋਵੋਗੇ ਨਾ 4 ਵਜੇ, ਸ਼ਾਮੀ ਫੇਰ 4 ਵਜੇ ਤੋਂ ਚੋਣੀ ਹੈ। ਅੱਛਾ, ਜਦੋਂ ਸਵੇਰ ਚੋ ਕੇ ਤੇ ਸ਼ਾਮੀ ਫਿਰ ਚੋਗੇ ਨਾ, ਫਿਰ ਤੁਹਾਨੂੰ ਦੁੱਧ ਦਾ ਪੂਰਾ ਪਤਾ ਲੱਗੇਗਾ। ਅੱਛਾ, ਹੁਣ ਤੁਸੀਂ ਗੱਲ ਬੜੀ ਮੁਫੀਦ ਦੱਸੀ ਹੈ ਕਿ ਇਹ ਆਮ ਬੰਦਿਆਂ ਨੂੰ ਨਹੀਂ ਪਤਾ। ਲੋਕ ਇੱਕ ਟਾਈਮ ਤੇ ਚੋ ਕੇ ਨਾ ਤੇ ਜਾਂ ਬੜੀਆ ਦੇ ਦਿੰਦੇ ਨੇ, ਸਵੇਰੇ ਫੇਰ ਆ ਕੇ ਚੋ ਲਿਓ। ਅੱਛਾ, ਅਗਰ ਉਹਨੇ ਸ਼ਾਮੀ 8 ਕਿਲੋ ਦਿੱਤਾ ਤੇ ਸਵੇਰ ਅਗਰ 6 ਕਿਲੋ ਵੀ ਦਿੰਦੀ ਹੈ ਤਾਂ ਸਾਡੇ ਤੋਂ 15 ਕਿਲੋ ਤੇ ਹੋ ਗਿਆ। ਸਹੀ ਹੈ। 15 ਤੇ ਤਦ ਹੋਣਾ ਕਿ ਜੇ ਸਵੇਰ ਤੁਸੀਂ ਧਾਰ ਕੱਢ ਕੇ ਪਿਛਲੇ ਟਾਈਮ 4 ਵਜੇ ਫੇਰ ਸਵੇਰ 4 ਵਜੇ ਧਾਰ ਕੱਢੋ, ਫਿਰ ਪਿਛਲੇ ਟਾਈਮ ਜਾ ਕੇ 4 ਵਜੇ ਫੇਰ ਪਤਾ ਲੱਗੇਗਾ ਦੁੱਧ ਕਿੰਨਾ ਹੈ। ਉਹਨੇ ਇੱਕ ਗੱਲ ਦੱਸਿਓ, ਉਹ ਗੁੱਸਾ ਤੇ ਨਹੀਂ ਕਰਦੇ, ਮਾਈਂਡ ਤੇ ਨਹੀਂ ਕਰਦੇ? ਨਹੀਂ, ਅੱਛਾ, ਨਹੀਂ, ਕੋਈ ਮਾਈਂਡ ਨਹੀਂ। ਅਗਰ ਉਹ ਮਾਈਂਡ ਕਰਨ ਤੇ ਇਹਦਾ ਮਤਲਬ ਇਹਦੇ ਵਿੱਚ ਕੋਈ? ਹਾਂਜੀ, ਉਹਨਾਂ ਨੇ ਮਤਲਬ ਰਾਤ ਨੂੰ ਧਾਰ ਕੱਢ ਲੈਂਦੇ ਨੇ 12 ਵਜੇ ਨੇ, तो इस वास्ते अगर व्यापारी नहीं, अगर बंदा खुले दिल कहे कि नहीं जी तुसी चोवो कोई मसला 3 टाइम चोवांगे सही है, वो पहले डन करके फिर लईदा। हां कोई गल नहीं। ਤੇ ਜਿਹੜੀ ਚੰਗੀ ਮੱਝ ਚੰਗੀ ਸਹੀ ਦੁੱਧ ਦੇਣ ਵਾਲੀ ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੰਦੀ ਜੇ? ਦੁੱਧ ਜਿਹੜੀ ਅੱਛੀਆਂ ਨਸਲ ਦੀ ਹੈ ਨਾ 20-22 ਕਿਲੋ 18 ਕਿਲੋ 20 ਕਿਲੋ 20-18 ਕਿਲੋ ਦੇ ਦਿੰਦੀ ਹੈ। ਇਹ ਦੇ ਦਿੰਦੀ ਹੈ। ਅੱਛਾ ਚਾਚਾ ਇਹਨਾਂ ਮੱਝਾਂ ਨੂੰ ਵੰਡਾ ਕਿੰਨਾ ਪਾਣਾ ਪੈਂਦਾ ਜਿਹੜੀ 20-22 ਕਿਲੋ ਦਿੰਦੀ ਹੈ? ਇਹਨਾਂ ਨੂੰ ਕਮ ਸੇ ਕਮ 8 ਕਿਲੋ ਵੰਡਾ ਚਾਹੀਦਾ ਰੋਜ਼ਾਨਾ ਤੇ ਹਰੇ ਪੱਠੇ ਚਾਹੀਦੇ ਨਾਲ। ਕਿੰਨੀ ਦੇਰ ਤੱਕ ਫਿਰ ਉਹ ਦੁੱਧ ਦਿੰਦੀ ਰਹੇਗੀ ਸਹੀ? ਦੁੱਧ 5-6 ਮਹੀਨੇ ਫਿਰ ਲਗਾਤਾਰ ਪਈ ਇੱਕ ਧਾਰ ਲੈਂਦੇ। ਹਾਂਜੀ ਫਿਰ ਬਾਅਦ ਚ ਕਟਾਣਾ ਸ਼ੁਰੂ ਕਰ ਦਿੰਦੇ। ਤੇ ਵੰਡੇ ਦੇ ਵਿੱਚ ਕੀ ਸ਼ਾਮਲ ਕਰਨਾ ਚਾਹੀਦਾ ਕਿਉਂਕਿ ਤੁਹਾਡੀ ਬੜੀ ਦਿਲਚਸਪੀ ਦੁੱਧ ਦੇ ਮਾਮਲਾ 'ਚ ਕਿਹੜਾ ਵੰਡਾ ਦੁੱਧ ਸਹੀ ਪੈਦਾ ਕਰਦਾ ਔਰ ਜਾਨਵਰ ਵੰਡਾ ਤੇ ਇਹ ਖਾਲ ਪਾਉਂਦੇ ਆ ਅਸੀਂ ਤੇ ਕਰਾ ਪਾਉਣਾ ਚਾਹੀਦਾ ਤੇ ਖਾਲ ਬੜੇਵਿਆਂ ਦੀ ਤੇ ਰੋਟੀਆਂ ਪਾਉਂਦੇ ਜੀ ਸੁੱਕੀਆਂ। ਠੀਕ ਹੈ ਹਾਂਜੀ ਤੇ ਨਾਲ ਅਸੀਂ ਆ ਕੋਲੂ ਦੀ ਖਾਲ ਪਾਉਂਦੇ ਜੀ। ਠੀਕ ਹੈ ਦੇਸੀ। ਅੱਛਾ ਹੁਣ ਇਹ ਗੱਲ ਦੱਸਿਓ ਕਿ ਤੁਸੀਂ ਦੱਸਿਆ ਕਿ 20 ਕਿਲੋ ਤੱਕ ਦੁੱਧ ਦੇ ਦਿੰਦੀ ਹੈ। ਹਾਂਜੀ ਹੁਣ ਉਹ 20 ਕਿਲੋ ਵਾਲੀ ਜਿਹੜੀ ਮੱਝ ਹੈ ਉਹਦਾ ਤੁਸੀਂ ਡਿਟੇਲ ਨਾਲ ਦੱਸ ਛੜਿਆ ਕਿ ਕਰਾ ਕਿੰਨਾ ਪਾਣਾ ਚਾਹੀਦਾ ਹੈ, ਹਰਾ ਕਿੰਨਾ ਪਾਣਾ ਚਾਹੀਦਾ ਹੈ? ਹਾਂ ਕਮ ਸੇ ਕਮ ਉਹਨੂੰ 8 ਕਿਲੋ ਵੰਡਾ ਚਾਹੀਦਾ। ਇੱਕ ਬੰਦਾ ਨਵਾਂ ਬੰਦਾ ਹੈ ਉਹ ਇੰਨੇ ਕਿਲੋ ਵਾਲੀ ਮੱਝ ਖਰੀਦਣਾ ਚਾਹੁੰਦਾ ਹੈ, ਉਹਨੂੰ ਕਿੰਨੇ ਵਿੱਚ ਲੈਣੀ ਚਾਹੀਦੀ ਹੈ? ਯਾਨੀ ਕਿੰਨੇ ਦੀ ਉਹਦੀ ਕੀਮਤ ਕਿੰਨੀ ਹੋਣੀ ਚਾਹੀਦੀ ਹੈ? ਦੇਖੋ ਜੀ ਇਹ ਤੇ ਵਪਾਰੀ ਤੇ ਮੁਨਸਰ ਹੈ ਕਿ ਕੀ ਕਰਦਾ। ਬਾਅਦ ਦਫਾ 3 ਲੱਖ ਜੀ ਉਹ ਦੇ ਦਿੰਦੇ ਨੇ, 3.5 ਵੀ ਦਿੰਦੇ ਨੇ, 3.5 ਵੀ ਮੰਗ ਲੈਂਦੇ ਨੇ। ਅੱਛਾ ਹਾਂਜੀ ਨਹੀਂ ਤੁਹਾਡਾ ਕੀ ਜ਼ਹਿਨ ਹੈ ਕਿ ਕਿੰਨੇ ਦੀ ਹੋਣੀ ਚਾਹੀਦੀ ਹੈ? ਬਸ ਇੱਥੇ ਹੀ ਹੈ ਤਕਰੀਬਨ 3-3.5 ਦੇ। 3-3.5 ਦੀ ਜ਼ਿਆਦਾ ਮਹਿੰਗੀ ਨਹੀਂ? ਨਹੀਂ ਇਹ ਤਾਂ ਸਸਤੀ ਲੱਗਦੀ ਨਹੀਂ। ਅੱਛਾ ਦੁੱਧ ਦੇਣ ਵਾਲੀ ਮੱਝ ਅੱਛਾ ਦੁੱਧ ਦੇਣ ਵਾਲੀ ਇੰਨੀ ਠੀਕ ਹੈ, ਇਹ ਤੁਹਾਡੇ ਹਿਸਾਬ 'ਚ ਆ ਜਾਂਦੀ ਹੈ। ਹਾਂਜੀ ਇਹ ਅੱਛਾ ਹੁਣ ਇਹ ਦੱਸਿਓ ਕਿ ਟੀਕਾ ਲਵਾਉਣਾ ਜਿਹੜੀਆਂ 10-12 ਵਾਲੀਆਂ ਨਾ ਦੇਣ ਵਾਲੀਆਂ ਉਹ ਤੇ 2-2.5 ਦੀ 2.5 ਦੀ 2.5 ਦੀ 2-3 ਦੀ 40 ਦੀ ਲੱਗਦੀ। ਪੁੱਛਣਾ ਚਾਹਾਂਗਾ
ਬੜਾ ਤਜਰਬਾ 40 ਸਾਲਾਂ ਤਜਰਬਾ। ਬਹੁਤਾ ਦੁੱਧ ਦੇਣ ਵਾਲੇ ਡੰਗਰ 10 ਰੱਖ ਲੈਣੇ ਵਾਰੇ 'ਚ ਨੇ ਜਾਂ ਥੋੜਾ ਦੁੱਧ ਦੇਣ ਵਾਲੇ ਡੰਗਰ 20 ਰੱਖਣੇ ਵਾਰੇ 'ਚ ਨੇ? ਫਾਇਦਾ ਕਿਹੜਾ ਬਹੁਤਾ? ਥੋੜੇ ਦੁੱਧ ਦੇਣ ਵਾਲੇ ਜਿਹੜੇ ਨੂੰ ਪੱਲਿਓਂ ਪੈਂਦਾ ਖਰਚਾ, ਠੀਕ ਹੈ, ਉਹ ਨਹੀਂ ਰੱਖਣਾ ਚਾਹੀਦਾ। ਉਹ ਨਹੀਂ ਦੁੱਧ ਜ਼ਿਆਦਾ ਦੇਣ ਵਾਲੇ ਜਿਹੜੇ ਨਾ ਠੀਕ ਭਾਵੇਂ ਮਹਿੰਗੇ ਵੀ ਲੱਭਣ, ਉਹ ਫਾਇਦਾ ਦਿੰਦੇ ਨੇ। ਸਹੀ ਹੈ। ਅੱਗੋਂ ਉਹਨਾਂ ਦੀ ਨਸਲ ਜਿਹੜੀ ਆਉਂਦੀ ਹੈ, ਕੱਟੀਆਂ ਘਰ ਦੀਆਂ ਪਾਲ ਜਾਂਦੀਆਂ, ਰਲ ਪੈਂਦੀਆਂ ਨਾਲ, ਉਹ ਵੀ ਫਾਇਦਾ ਦਿੰਦੇ ਉਹ ਕੀਮਤ ਵੀ ਜ਼ਿਆਦਾ ਦਿੰਦੀਆਂ ਨੇ। ਹਾਂ, ਇਹ ਹੁਣ ਮੇਰੀਆਂ 2 ਕੱਟੀਆਂ ਨੇ ਘਰ ਦੀਆਂ ਨੇ। ਠੀਕ ਉਹ ਪਰਲੀ ਮੱਝ ਵੀ ਦੇਖੋ ਮਾਸ਼ਾਅੱਲਾ ਦੂਸਰੇ ਸੂਏ ਸੂਈ ਹੈ ਠੀਕ ਹੈ, ਤੇ ਠੀਕ ਹੈ। ਤੇ ਇਹ ਵੀ ਮੇਰੀ ਘਰ ਦੀ ਝੋਟੀ ਪਾਲੀ ਹੋਈ ਸੀ, ਠੀਕ ਹੈ, ਇਹਦੀ ਮਾਂ ਬੜੀ ਚੰਗੀ ਨਸਲ ਦੀ ਸੀ। ਜ਼ਬਰਦਸਤ। ਹਾਂਜੀ, ਇਹ ਨਸਲ ਕਿਹੜੀ ਚ ਭਲਾ? ਇਹ ਸਾਹੀਵਾਲ ਨਸਲ ਹੀ ਸਾਈ ਵਾਲੀ ਨਸਲ ਹੀ ਹੈ। ਠੀਕ ਹੋ ਗਿਆ। ਅੱਛਾ ਦੱਸਿਓ ਕਿ ਇਹਨਾਂ ਦੀ ਪਛਾਣ ਕੀ ਹੈ? ਇੱਕ ਵੱਡੀ ਵਾਲੀ ਮੱਝ ਤੇ ਦੂਸਰੀ ਇਹ ਜਿਹੜੀ ਨਾ ਬਹਾਨੇ ਨਾਲ ਨਾੜ ਆ ਰਹੀ ਮੋਟੀ ਦੁੱਧ ਬਿਲਕੁਲ ਬਿਲਕੁਲ। ਇੱਕ ਇਹ ਤੇ ਇੱਕ ਉਸ ਪਾਸੇ ਮੋਟੀ ਨਾੜ ਹੋਏਗੀ, ਦੋ ਜ਼ਿਆਦਾ ਦੇਗੀ। ਜਿਹੜੀ ਉਹ ਜਿਹੜੀ ਲਮਕਣ ਡਈ ਹੈ, ਇਹ ਮੋਟੀ ਹੋਏਗੀ ਤੇ ਆਗੂ ਇਹ ਨਾੜ ਇਸ ਨਹੀਂ ਚੱਲਦੀ ਪੇਟ ਦੇ ਨਾਲ। ਬਿਲਕੁਲ ਬਿਲਕੁਲ, ਉਹ ਨਜ਼ਰ ਆ ਰਹੀ ਹੈ ਮੋਟੀ। ਬਹੁਤ ਥੱਲੇ ਲਟਕੀ। ਜੀ ਠੀਕ ਹੈ, ਇਹ ਮੋਟੀ ਹੋਏਗੀ ਤੇ ਜ਼ਿਆਦਾ ਦੁੱਧ ਦੇਗੀ। ਇਹਨੂੰ ਨਾਫ ਵੀ ਕਹਿੰਦੇ ਨੇ? ਨਹੀਂ ਨਹੀਂ, ਨਾਫ ਉਹ ਚੀਜ਼ ਵੱਖਰੀ ਹੈ, ਨਾਫ ਨਾਲ ਨਹੀਂ ਜਾਣਾ। ਅੱਛਾ। ਇਹ ਚੀਜ਼ ਦੇ ਨਾੜ, ਉਹ ਨਾੜ ਹੈ ਅੱਗੇ ਅੱਛਾ ਪੇਟ ਦੇ ਨਾਲ। ਠੀਕ ਹੋ ਗਿਆ। ਇਹ ਪਹਿਲੀ ਪਛਾਣ ਹੈ ਕਿ ਦੁੱਧ ਜ਼ਿਆਦਾ ਦੇਗੀ ਜ਼ਿਆਦਾ ਦੇ ਜੀ, ਮੋਟੀ ਨਾੜ ਹੈ। ਤੇ ਹੱਡੀ ਕਹਿ ਰਹੇ ਹੋ ਹੱਡੀ ਪਿਛਲੀ ਜਿਹੜੀ ਹੈ ਨਾ, ਹਾਂਜੀ 20-22 ਕਿਲੋ ਦੁੱਧ ਦਿੰਦੀ ਹੈ ਮੱਝ। ਹਾਂਜੀ, ਮਾਸ਼ਾਅੱਲਾ ਤੇ ਜ਼ਬਰਦਸਤ। ਕਿੰਨੀ ਦੇਰ ਤੋਂ ਤੁਹਾਡੇ ਕੋਲ? ਇਹ ਕੋਈ 10 ਸਾਲ ਤੋਂ ਜੀ ਸਾਡੇ ਕੋਲ। ਕਿੰਨੇ ਸੂਏ ਹੋ ਗਏ ਇਹਨਾਂ ਦੇ? ਇਹ ਕੋਈ 6-7 ਸੂਏ ਹੋ ਗਏ। ਲੇਕਿਨ ਮਾਸ਼ਾਅੱਲਾ ਲੱਗਦੀ ਨਹੀਂ 6-7 ਵਾਲੀ। ਤੇ ਇਹਦੀ ਵੀ ਇੱਕ ਹੱਡੀ ਹੈ ਕਿ 3 ਨਜ਼ਰ ਆ ਰਹੀਆਂ ਨਾ? ਆ ਤਿੰਨ ਆ ਰਹੀਆਂ ਤੇ ਇਹ ਤੁਸੀਂ ਦੱਸਿਆ ਕਿ ਇੱਕ ਹੱਡੀ ਹੋਏ ਤੇ ਫਿਰ ਦੁੱਧ। ਬਹੁਤ ਹੀ ਮਤਲਬ ਕਿ ਚੱਲ ਰਹੀ ਅੱਛਾ, ਉਹ ਬਹੁਤੀ ਚੰਗੀ ਹੈ। ਤੇ ਇਹ ਜਿਹੜੀ ਇਹ 3 ਹੋਣ ਦੇ ਬਾਵਜੂਦ ਦੁੱਧ ਸਹੀ ਦਿੰਦੀ? ਇਹ ਕੋਈ ਇਹਦਾ ਵੀ ਤੁਸੀਂ ਵੇਖੋ ਆਪ ਇਹ ਵੇਖ ਨਾੜ ਖੁੱਲੀ ਇਹਦੀ, ਜੀ ਜੀ ਮੋਟੀ ਨਾੜ ਹੈ ਦੋਵਾਂ ਸਾਈਡਾਂ ਤੇ। ਜੀ ਜੀ। ਪਰਲੀ ਸਾਈਡ ਤੇ ਉਰਲੀ ਸਾਈਡ ਤੇ ਇਹ ਜਿਹੜੀ ਉਲੀ ਫੁੱਲੀ ਕੋਈ ਥੱਲੇ ਲਮਕੀ ਹੈ? ਨਹੀਂ, ਲਮਕੀ ਉਹ ਤਾਂ ਨਹੀਂ ਹੈ। ਉਹ ਤਾਂ ਨਹੀਂ ਹੈ। ਹਾਂਜੀ, ਇਹ ਜਿਹੜੀ ਉਹਨਾਂ ਨਾਲ ਨਜ਼ਰ ਆ ਰਹੀ ਹੈ, ਨਾੜ ਜਾ ਰਹੀ ਪੇਟ ਦੇ ਨਾਲ, ਉਹ ਇਹ ਦੁੱਧ ਵਾਲੀ ਥਣਾ 'ਚ ਜਾ ਰਹੀ ਹੈ। ਸਹੀ ਥਣਾ ਜਾ। ਠੀਕ ਹੋ ਗਿਆ, ਠੀਕ ਹੋ ਗਿਆ। ਇਹ ਮਤਲਬ ਹੈ ਕਿ ਇਹ ਨਾੜ ਆ ਰਹੀ ਨਾ, ਹਾਂ ਹਾਂ, ਇਹ ਚੀਜ਼ ਹਾਂ। ਠੀਕ ਹੋ ਗਿਆ। ਇਹ ਕੀ ਲਾ ਲਓ। ਅੱਛਾ, ਇੱਕ ਹੋਰ ਗੱਲ ਦੱਸਿਓ ਕਿ ਇਸ ਤੋਂ ਇਲਾਵਾ ਕਿਹੜੀ ਪਹਿਚਾਣ ਦੇ ਕੋਈ ਇਹਨਾਂ ਦੀ? ਮੱਝ ਲੈਣ ਜਾਣਾ ਹੈ ਤੇ ਕਿਹੜੀ ਕਿਹੜੀ ਗੱਲ ਹੋਰ ਵੇਖਣੀ? ਤੇ ਹੱਡੀ ਤੋਂ ਦੱਸੀਏ ਇੱਕ ਦੱਸੀਏ। ਹਾਂਜੀ, ਥਣ ਜਿਹੜੇ ਇਹਨਾਂ ਫਾਸਲੇ ਤੇ ਹੋਣੇ ਚਾਹੀਦੇ ਨੇ। ਫਾਸਲੇ ਤੇ ਆ ਵੇਖੋ ਨਾ, ਇੱਥੇ ਟੋਟੀ ਸਾਡੇ ਕੋਲ ਆ ਪਹਿਲਾਂ ਟੋਟੀ ਵਾਲੀ ਥੋੜੀ ਥੋੜੇ ਜਿਹੇ ਆ ਵੇਖੋ ਇਹਦੇ ਥਣ ਜਿਹੜੇ ਨਾ, ਵੇਖੋ ਨਾ ਫਰਕ ਤੇ ਨੇ, ਅੱਛਾ। ਨਾਲ ਜੁੜੇ ਨੇ। ਹੂੰ। ਹਾਂਜੀ, ਔਰ ਗੋਲੇ ਜਿਹੜੇ ਨਾ ਇਹਦੇ, ਵੇਖੋ ਗੋਲੇ ਦੇ ਲੰਮੇ ਥਣ ਨਹੀਂ ਹੋਣੇ ਚਾਹੀਦੇ। ਠੀਕ ਹੋ ਗਿਆ। ਯਾਨੀ ਥਾਣ ਬਰਾਬਰ ਫਾਸਲੇ ਤੇ ਹੁਣ ਲੰਮੇ ਨਾ ਲੰਮੇ ਹੋਣ ਨਾ ਹੋਣ। ਤੇ ਗੁੱਲ ਕਿਸ ਤਰ੍ਹਾਂ ਦੇ ਹੋਣ? ਇਹ ਸਾਹਮਣੇ ਲੱਗਦੇ ਹੁੰਦੇ, ਠੀਕ ਇਹ ਮੁੱਠ ਚ ਆ ਜਾਂਦੇ ਨੇ ਨਾ, ਠੀਕ ਹੈ, ਸੋਹਣੇ ਹੁੰਦੇ। ਧਾਰ ਮੋਟੀ ਹੋਈ, ਚੀੜੀ ਧਾਰ ਨਾ ਹੋਵੇ। ਠੀਕ ਹੈ। ਇੱਕ ਉਹਦਾ ਜਿਹੜਾ ਹੁੰਦਾ ਨਾ ਆਪਣਾ ਡੋਕਲ, ਹਾਂਜੀ, ਇੱਕ ਵਾਰੀ ਚੋਵੋ ਤੇ ਫਿਰ ਥੋੜੀ ਦੇਰ ਬਾਅਦ ਫਿਰ ਉਹ ਦੁੱਧ ਲਾ ਹੁੰਦੀ ਹੈ। ਠੀਕ ਹੈ, ਹਾਂਜੀ, ਉਹ ਨਹੀਂ ਕਾਮਯਾਬ, ਉਹ ਥੋੜਾ ਠੀਕ ਹੈ। ਇੱਕ ਵਾਰੀ ਚੋਵੋ ਤੇ ਫਿਰ ਦੁੱਧ ਲਾਉਂਦੀ ਹੈ। ਲਾ ਹੁੰਦੀ। ਉਹ ਕਿੰਜ ਪਤਾ ਚੱਲਦਾ ਕਿ ਆ ਉਹ ਡੋਕੋ? ਜੋ ਚੋਈਏ ਨਾ, ਹਾਂ, ਉਹ ਮੁੱਕ ਜਾਂਦਾ ਥਣਾ 'ਚ ਤੇ ਫਿਰ ਦੂਸਰੇ ਥਾਣ ਚੋਈਏ ਤੇ ਫਿਰ ਦੂਸਰੀ ਹੀ ਲਾ ਹੁੰਦੀ, ਫਿਰ ਉਹ ਚੋਲੋ ਤੇ ਫਿਰ ਦੂਸਰੀ ਵਾਲੀ ਉਹ। ਚਾਚਾ ਜ਼ਿੰਦਾਬਾਦ ਹੈ। ਬੜੀ ਕੀਮਤੀ ਤੁਹਾਂ ਪਛਾਣ ਦੱਸੀ ਹੈ ਕਿ ਜੇ ਤੁਹਾਂ ਧਾਰ ਕੱਢ ਕੇ ਦੇਖਣਾ ਹੈ, ਹਾਂਜੀ, ਤੇ ਧਾਰ ਜਦੋਂ ਸਾਰੀ ਕਰਨੀ ਹੈ ਤੁਹਾਡੀ। ਧਾਰ ਸਾਰੀ ਕੱਢਣੀ ਹੈ ਤੇ ਜੇ ਹਾਂਜੀ। ਧਾਰ ਕੱਢਣੀ ਹੈ ਧਾਰ ਤੇ ਥਾਂ ਕੱਢੋਗੇ, ਚੋਂ ਦੁੱਧ ਮੁੱਕ ਜਾਏ ਮੁੱਕ ਤੇ ਫਿਰ ਦੂਜੇ ਨੂੰ ਕੱਢਿਆ ਤੇ ਫਿਰ ਵਾਪਸ ਆਈਏ, ਉਹ ਵਾਪਸ ਫਿਰ ਉੱਥੇ ਆ ਜਾਂਦਾ ਦੁੱਧ। ਉਹ ਠੀਕ ਨਹੀਂ। ਉਹ ਨਹੀਂ ਠੀਕ, ਉਹਨੂੰ ਡੋਕਾ ਲਾਉਂਦੇ। ਉਹ ਡੋਕਲ ਮੱਝ ਹੁੰਦੀ ਹੈ, ਥੋੜਾ ਦੁੱਧ ਦਿੰਦੀ ਹੈ। ਥੋੜਾ ਦੁੱਧ ਦਿੰਦੀ ਤੇ ਨਾਲੇ ਉਹ ਫਿਰ ਬੰਦਾ ਬਹਿ ਜਾਂਦਾ ਬਈ ਉਹ ਪਸਮੇ ਤੇ ਫਿਰ ਉਹ ਪਸਮੇ। ਯਾਨੀ ਉਹ ਮੱਝ ਲੈਣੀ ਹੈ ਜਿਹਨੂੰ ਜਦੋਂ ਧਾਰ- ਚੋਂਦਿਆਂ ਧਾਰ ਆਈ ਜਾਏ ਹਾਂ, ਆਈ ਪੂਰਾ ਜਾਏ ਆਈ ਪਸਮਾਰ। ਜਾਏ। ਹਾਂਜੀ, ਤੇ ਪਸਮਾਰ ਜਦੋਂ ਦੁੱਧ ਮੁੱਕ ਜਾਏ ਜਾਏ ਤੇ ਤਾਂ ਦੂਸਰੇ ਮੁਕੰਮਲ। ਥਣਾ ਤੇ ਜ਼ਿੰਦਾਬਾਦ, ਬੜੀ ਕੀਮਤੀ ਨਿਸ਼ਾਨੀ ਦੱਸੀ ਜੇ। ਲੋਕ ਧਾਰ ਕੱਢਣ ਦੇ ਜਾਂਦੇ ਨੇ ਪਰ ਪਤਾ ਨਹੀਂ ਹੁੰਦਾ ਵੇਖਣਾ ਨਹੀਂ ਕੀ ਹੈ। ਨਹੀਂ, ਉਹਦੇ ਧਾਰਾ ਮਾਰਦੇ ਨੇ ਵਪਾਰੀ ਕੋਲ ਠੀਕ ਹੈ, ਜਾ ਕੇ ਜੀ, ਮਾਰੀਆਂ ਤਾਂ ਬਾਈ ਉਹਦੀ ਧਾਰਾ ਮਾਰੋ ਜੀ, ਠੀਕ ਹੈ, ਸੁੰਮ ਵੇਖੋ, ਧਾਰ ਵੇਖੋ, ਠੀਕ ਠੀਕ ਹੈ। ਹੈ, ਤੇ ਉਹ ਪੂਰੀ ਨਹੀਂ ਕੱਢਦੇ, ਠੀਕ ਹੈ, ਤੇ ਪੂਰੀ ਜੇ ਕੱਢੀਏ ਤੇ ਫਿਰ ਪਤਾ ਲੱਗਦਾ ਕਿ ਮੱਝ ਡੋਕਲ ਹੈ ਜਾਂ ਨਹੀਂ ਡੋਕਲ, ਠੀਕ ਹੋ ਗਿਆ, ਪਸਮਾ ਬਾਅਦ ਚ ਪਾਉਂਦੀ ਹੈ ਜਾਂ ਨਹੀਂ ਪਾਉਂਦੀ। ਠੀਕ ਹੈ। ਇੱਕ ਤੇ ਇਹ ਨਿਸ਼ਾਨੀ ਹੋ ਗਈ। ਦੂਜੀ ਨਿਸ਼ਾਨੀ ਇਹ ਹੈ ਕਿ ਧਾਰ ਕੱਢਣੀ ਹੈ ਤੇ ਚੀੜੀ ਨਾ ਹੋਏ, ਚੀੜੀ ਨਾ ਨਰਮ ਹੋਏ, ਨਰਮ ਹੋਏ, ਪੋਲੀ ਹੋਏ, ਚਮੜੀ ਨੂੰ ਫਾੜ ਕੇ ਦੇਖਣਾ ਪਤਲੀ ਹੋਏ, ਪਤਲੀ ਹੋਏ, ਨਾੜ ਦੁੱਧ ਵਾਲੀ ਮੋਟੀ ਹੋਏ। ਮੋਟੀ ਹੋਏ। ਇਹ ਪਛਾਣਨਾ ਨੇ। ਪਿੱਛੇ ਸਿੰਘਾਂ ਦੀ ਕੋਈ ਪਛਾਣ ਨਹੀਂ। ਹਾਂਜੀ, ਸਿੰਘਾਂ ਦੀ ਕੋਈ ਪਛਾਣ ਨਹੀਂ। ਸਿੰਘਾਂ ਦੇ ਸਿੰਘ ਤੇ ਸੋਹਣੇ ਸੋਹਣੇ, ਖੂਬਸੂਰਤੀ ਹੈ ਕਿਸੇ ਦੇ ਜ਼ਿਆਦਾ ਨੇ। ਇਹ ਵੇਖਣੇ ਇਹਦੇ ਬਿਲਕੁਲ ਘੱਟ ਨੇ, ਉਹਦੇ ਬਿਲਕੁਲ ਥੋੜੇ ਜਿਹੇ ਖੁੱਲੇ ਨੇ। ਠੀਕ ਹੈ। ਲੇਕਿਨ ਮਾਸ਼ਾਅੱਲਾ ਇਹ ਕੀ ਕਹਿੰਦੇ ਹੋ ਕਿ ਚੰਗੀ ਨਸਲ ਦੀਆਂ ਮੱਝਾਂ ਉਹ ਕੋਈ ਫਿਕਸ ਨਹੀਂ, ਉਹ ਸਾਰੀਆਂ ਨਸਲਾਂ 'ਚ ਪਾਈਆਂ ਜਾਂਦੀਆਂ ਨੇ ਜਾਂ ਚੰਗੀ ਸਾਰੀਆਂ ਨਸਲ? ਨਸਲਾਂ 'ਚ ਪਾਈ ਜਾਂਦੀਆਂ ਨੇ, ਵੇਖ ਕੇ ਲਿਆਉਣੀ ਪੈਂਦੀ ਹੈ। ਠੀਕ ਹੈ, ਹਾਂਜੀ, ਇਸ ਵਾਸਤੇ ਧੁੰਨ ਜ਼ਿਆਦਾ ਲੰਮਾ ਨਾ ਹੋਏ। ਠੀਕ ਹੈ। ਇਹ ਜਿਹੜਾ ਧੁੰਨ ਨਹੀਂ ਥੱਲੇ, ਹਾਂ, ਇਹਨਾਂ ਇਹ ਮੱਝਾਂ ਅੱਗੇ ਲਟਕਿਆ ਹੈ। ਨਹੀਂ ਨਹੀਂ, ਉਹ ਥੱਲੇ ਜਿਹੜਾ ਧੁੰਨੀ ਤੁਹਾਨੂੰ ਦੱਸੀ ਸੀ, ਉਹ ਨਾੜਾਂ ਦੇ ਨਾਲ ਉਹ ਧੁੰਨੀ ਨਾਲ